श्री नानक पाद पंकज बंदन पाद पंकज बंदना सिमरो अंगद दोख निकंदना। अमरदास गुर हृदय त्यावो हृदय त्यावो। श्री गुरु रामदास गुण गावो। श्री अर्जन विघ्नन के नाशक विघ्नन के नाशक। हर गोविंद शुभ सुमत प्रकाशक। श्री हर राय नमो कर जोरी नमो कर जोरी। गुर हर कृष्ण मनाए बहोरी। तेग बहादुर परम कृपाला परम कृपाला। श्री गुरु गोबिंद सिंह विसाला। तरों तरा पर पुन पुन सीसा पुन पुन सीसा। बंदों बार बार जगदीशा। जिसमें है अमृत ज्ञान है मानक भगत बैराग। श्री गुरु ग्रंथ साहिब उदद बंदों कर अनुराग। एक अंकारा सतगुरु तेह प्रसाद सत होए। वाहिगुरु जी की फतेह विघ्न विनाशन सोए। वाहिगुरु जी की फतेह विघ्न विनाशन सोए। जुगो जुग अटल ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਹਾਜ਼ਰੀਆਂ ਭਰ ਰਹੇ ਸਤਿਕਾਰਯੋਗ ਸਤਸੰਗੀ ਜਨੋ, ਸਾਹਿਬਾਂ ਨੂੰ ਸੀਸ ਝੁਕਾਉਂਦਿਆਂ ਹੋਇਆਂ ਦੋਵੇਂ ਹੱਥ ਜੋੜ ਕੇ ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਜੀ ਦੀ ਅਪਾਰ ਰਹਿਮਤ ਹੋਈ ਹੈ। ਸਤਿਗੁਰਾਂ ਜੀ ਦੀ ਅਪਾਰ ਬਖਸ਼ਿਸ਼ ਦੇ ਸਦਕਾ ਸਾਨੂੰ ਇਹ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ ਜਿੱਥੇ ਅਸੀਂ ਰੋਜ਼ਾਨਾ ਸਤਿਗੁਰਾਂ ਜੀ ਦੀ ਅੰਮ੍ਰਿਤਮਈ ਬਾਣੀ ਦਾ ਰਸ ਭਿੰਨਾ ਕੀਰਤਨ ਸਰਵਣ ਕਰਦੇ ਹਾਂ। ਉਸ ਦੇ ਨਾਲ ਹੀ ਨਾਲ ਲੜੀਵਾਰ ਇਤਿਹਾਸਕ ਕਥਾ ਵਿਚਾਰਾਂ ਦੇ ਨਾਲ ਵੀ ਸਾਂਝਾ ਪਾਉਂਦੇ ਹਾਂ। ਜੋ ਪਿਛਲੇ ਕੁਝ ਦਿਨਾਂ ਤੋਂ ਅਸੀਂ ਸ਼੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਦੇ ਵਿੱਚੋਂ ਸ਼੍ਰੀ ਗੁਰੂ ਨਾਨਕ ਪ੍ਰਕਾਸ਼ ਦੇ ਪੂਰਵਰਾਦ ਅਧਿਆਇ 9ਵੇਂ ਦਾ ਪ੍ਰਸੰਗ ਪਿਛਲੇ ਕੁਝ ਦਿਨਾਂ ਤੋਂ ਸਰਵਣ ਕਰਦੇ ਆ ਰਹੇ ਸਾਂ। ਕੱਲ ਦੇ ਦੀਵਾਨਾਂ ਦੇ ਵਿੱਚ ਉਸ 9ਵੇਂ ਅਧਿਆਇ ਦੀ ਸੰਪੂਰਨਤਾ ਹੋਈ ਹੈ ਤੇ ਇਸ ਅੱਜ ਦੇ ਦੀਵਾਨਾਂ ਦੇ ਵਿੱਚ ਅਸੀਂ 10ਵੇਂ ਅਧਿਆਇ ਦਾ ਆਰੰਭ ਕਰਾਂਗੇ, ਜਿਸ ਦੇ ਵਿੱਚ ਪ੍ਰਸੰਗ ਦਾ ਸਿਰਲੇਖ ਹੈ ਤੇ ਗਊਆਂ ਚਾਰਨ ਜਾਣਾ ਖੇਤ ਹਰਿਆ ਕਰਨਾ। ਇਸ ਪ੍ਰਸੰਗ ਦੀ ਆਰੰਭਤਾ ਕਰਨ ਤੋਂ ਪਹਿਲਾਂ ਕੁਝ ਪਿਛਲੇ ਪ੍ਰਸੰਗ ਦੇ ਬਾਬਤ ਤੂਕ ਮਾਤਰ ਅਸੀਂ ਸਮਝਣ ਦਾ ਯਤਨ ਕਰੀਏ। ਪਿਛਲੇ ਪ੍ਰਸੰਗ ਦੇ ਵਿੱਚ ਅਸੀਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ, ਪੰਡਿਤ, ਬ੍ਰਾਹਮਣ, ਖੱਤਰੀਆਂ ਅਤੇ ਵੇਦਾਂ ਦੇ ਗਿਆਤਾ, ਹੋਰ ਜਿੰਨੇ ਵੀ ਉਹਨਾਂ ਦੇ ਪਰਿਵਾਰ ਦੇ ਮੈਂਬਰ ਨੇ, ਸਕੇ ਸੰਬੰਧੀ ਨੇ,
ਸਾਰਿਆਂ ਦੇ ਨਾਲ ਪਾਤਸ਼ਾਹ ਜੀ ਦੀ ਜਨੇਊ ਦੇ ਨਾਲ ਨੂੰ ਲੈ ਕੇ ਵਿਚਾਰ ਚਰਚਾ ਹੁੰਦੀ ਹੈ ਤੇ ਪਾਤਸ਼ਾਹ ਜੀ ਸਾਰਿਆਂ ਦੀ ਵਿਚਾਰ ਜਿੱਥੇ ਸੁਣਦੇ ਨੇ ਉੱਥੇ ਨਾਲ ਨਾਲ ਸਾਰਿਆਂ ਦੀ ਵਿਚਾਰਧਾਰਾ ਦਾ ਖੰਡਨ ਕਰਕੇ ਆਪਣਾ ਪੱਖ ਰੱਖਦੇ ਨੇ। ਇਸੇ ਤਰ੍ਹਾਂ ਫਿਰ ਸਾਰੇ ਪਾਤਸ਼ਾਹ ਜੀ ਦੀ ਵਿਚਾਰ ਦੇ ਨਾਲ ਸਹਿਮਤੀ ਪ੍ਰਗਟਾਉਂਦੇ ਨੇ ਤੇ ਪੰਡਿਤ ਹਰਦਿਆਲ, ਜਿਸ ਨੂੰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਜਨੇਊ ਪਹਿਨਣ ਦੇ ਵਾਸਤੇ ਬੁਲਾਇਆ ਗਿਆ ਸੀ, ਅੰਤਲੇ ਵੇਲੇ ਪੰਡਿਤ ਹਰਦਿਆਲ ਪਾਤਸ਼ਾਹ ਜੀ ਦੇ ਕੋਲੋਂ ਬਚਨ ਸਰਵਣ ਕਰਕੇ ਨਿਹਾਲ ਹੁੰਦਾ ਹੈ ਤੇ ਪਾਤਸ਼ਾਹ ਜੀ ਦੇ ਨਾਲ ਇਹ ਵਾਅਦਾ ਕਰਦਾ ਹੈ ਕਿ ਮੈਂ ਅੱਜ ਤੋਂ ਪਰਮਾਤਮਾ ਦੀ ਬੰਦਗੀ ਕਰਾਂਗਾ, ਪਰਮਾਤਮਾ ਦਾ ਨਾਮ ਸਿਮਰਾਂਗਾ, ਪਰਮਾਤਮਾ ਨੂੰ ਆਪਣੇ ਚਿੱਤ ਦੇ ਵਿੱਚ ਰੱਖਾਂਗਾ। ਕਿਉਂਕਿ ਪਾਤਸ਼ਾਹ ਜੀ ਨੇ ਸਮਝਾਉਣਾ ਕੀਤਾ ਸੀ ਕਿ ਹੇ ਭਾਈ, ਕੱਲਾ ਬਾਹਰ ਹੀ ਧਾਰਮਿਕ ਲਿਬਾਸ ਪਹਿਨਣ ਦੇ ਨਾਲ ਮਨੁੱਖ ਧਰਮੀ ਨਹੀਂ ਹੁੰਦਾ। ਮਨੁੱਖ ਦੇ ਕਰਮ, ਮਨੁੱਖ ਦਾ ਆਚਰਣ, ਮਨੁੱਖ ਦਾ ਕਿਰਦਾਰ ਵੀ ਸੱਚਾ ਤੇ ਸੁੱਚਾ ਹੋਣਾ ਚਾਹੀਦਾ, ਜਿਸ ਦੇ ਨਾਲ ਉਸ ਦੀ ਆਤਮਾ ਵੀ ਧਾਰਮਿਕ ਹੋ ਸਕਦੀ ਹੈ। ਆਤਮਾ ਨੇ ਅਸਲ ਦੇ ਵਿੱਚ ਪਵਿੱਤਰ ਹੋਣਾ ਹੈ। ਬਾਹਰੀ ਲਿਬਾਸ ਪਹਿਨ ਕੇ ਤੁਸੀਂ ਇਕੱਲਾ ਸਰੀਰ ਨੂੰ ਪਵਿੱਤਰ ਕਰਨ ਦੇ ਵਿੱਚ ਜ਼ਰੂਰ ਲਗਾਇਆ ਹੋਇਆ ਹੈ। ਤੇ ਇਸ ਵਿਚਾਰਧਾਰਾ ਨੂੰ ਪੰਡਿਤ ਹਰਦਿਆਲ ਨੇ ਸਿਰੇ ਮੱਥੇ ਕਬੂਲ ਕੀਤਾ ਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਜੈ ਜੈਕਾਰ ਕਰਦਾ ਹੈ, ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਟਹਿ ਪੈਂਦਾ ਹੈ। ਕੱਲ ਤੱਕ ਦੇ ਦੀਵਾਨਾਂ ਦੇ ਵਿੱਚ ਅਸੀਂ ਇਹ ਪ੍ਰਸੰਗ ਸਰਵਣ ਕਰ ਚੁੱਕੇ ਹਾਂ। ਆਓ ਅੱਜ ਦੇ ਪ੍ਰਸੰਗ ਦੀ ਆਰੰਭਤਾ ਕਰਨ ਤੋਂ ਪਹਿਲਾਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਸੀਸ ਝੁਕਾਉਂਦਿਆਂ ਹੋਇਆਂ ਆਪਣੀ ਰਸਨਾ ਤੋਂ ਉਚਾਰਨ ਕਰੀਏ ਜੀ, ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ, ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ। ਦੋਹਰਾ ਤੇ ਪਾਸ਼ੇ ਸ੍ਰੀ ਸਤਿਗੁਰੂ ਕਰਬੋ ਆਪਨ ਦੁਰਾਬ, ਮਤ ਸੁਭਾਵ ਆਨੰਦ ਮਹਿ ਕਰੇ ਨ ਕਛੂ ਲਖਾਵ। ਹੁਣ ਭਾਈ ਬਾਲਾ ਜੀ ਧੰਨ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਨੂੰ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਜੀਵਨ ਦੇ ਬਾਬਤ ਜੋ ਵੀ ਕਥਾ ਸਾਰਤਾ ਹੈ ਉਹ ਪੜ੍ਹ ਕੇ ਸੁਣਾਉਣਾ ਕਰਦੇ ਨੇ। ਤੇ ਹੁਣ ਧੰਨ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਨੂੰ ਭਾਈ ਬਾਲਾ ਜੀ ਆਖਦੇ ਨੇ ਤੇ ਸਮੂਹ ਸੰਗਤਾਂ ਜਿਹੜੀਆਂ ਚਿੱਤ ਲਾ ਕੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਜੀਵਨ ਦੀ ਕਥਾ ਵਾਰਤਾ ਸਰਵਣ ਕਰਦੀਆਂ ਨੇ। ਤੇ ਕਵੀ ਜੀ ਆਖਦੇ ਨੇ ਕਿ ਸ਼੍ਰੀ ਬਾਲਾ ਸੁੰਦਰ ਬਾਚ, ਕਿ ਭਾਈ ਬਾਲੇ ਜੀ ਨੇ ਕਿਹਾ ਤੇ ਪਾਸ਼ੇ ਸ੍ਰੀ ਸਤਿਗੁਰੂ ਕਰਬੋ ਆਪਨ ਦੁਰਾਬ, ਕਿ ਜਦੋਂ ਜਨੇਊ ਪਹਿਨਣ ਦੀ ਰਸਮ ਅਦਾ ਹੁੰਦੀ ਹੈ ਉਹ ਸਾਰੀ ਜੋ ਕਥਾ ਹੈ ਅਸੀਂ ਸਰਵਣ ਕਰ ਚੁੱਕੇ ਹਾਂ ਕਿ ਪਾਤਸ਼ਾਹ ਜੀ ਨੇ ਕਿਹੜਾ ਜਨੇਊ ਧਾਰਨ ਕਰਨ ਬਾਰੇ ਆਖਿਆ ਸੀ। ਕਹਿੰਦੇ ਉਸ ਪ੍ਰੋਗਰਾਮ ਤੋਂ ਬਾਅਦ, ਉਹ ਸਾਰੀ ਰੀਤੀ ਰਿਵਾਜ ਤੋਂ ਬਾਅਦ, ਰਸਮਾਂ ਤੋਂ ਬਾਅਦ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਤੇ ਪਾਸ਼ੇ ਸ੍ਰੀ ਸਤਿਗੁਰੂ ਕਰ ਬਹੁ ਆਪਣ ਦੁਰਾਵ। ਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸਤਿਗੁਰੂ ਜੀ ਆਪਣੇ ਆਪ ਨੂੰ ਕਹਿੰਦੇ ਜ਼ਿਆਦਾਤਰ ਛੁਪਾ ਕੇ ਹੀ ਰੱਖਦੇ ਹਨ। ਕਿਉਂਕਿ ਅਸੀਂ ਪਹਿਲੇ ਦੇ ਪ੍ਰਸੰਗਾਂ ਦੇ ਵਿੱਚ ਵੀ ਇਹ ਵਿਚਾਰ ਸਰਵਣ ਕਰ ਚੁੱਕੇ ਹਾਂ ਕਿ ਪਾਤਸ਼ਾਹ ਜੀ ਨਗਰ ਦੇ ਵਿੱਚ ਵਿਚਰਦੇ ਨੇ, ਨਗਰ ਦੇ ਬੱਚਿਆਂ ਦੇ ਨਾਲ, ਆਪਣੇ ਸਾਥੀਆਂ ਦੇ ਨਾਲ ਬਾਲ ਲੀਲਾ ਦੇ ਕੌਤਕ ਜਿਹੜੇ ਕਰਦੇ ਨੇ, ਉਹ ਸਾਰਾ ਪ੍ਰਸੰਗ ਵੀ ਅਸੀਂ ਸਰਵਣ ਕਰ ਚੁੱਕੇ ਹਾਂ। ਪਰ ਕਹਿੰਦੇ ਇਸ ਸਮੇਂ ਤੋਂ ਬਾਅਦ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਜੀਵਨ ਦੇ ਵਿੱਚ ਕੁਝ ਤਬਦੀਲੀਆਂ ਲਿਆਉਂਦੀਆਂ ਨੇ, ਸੁਭਾਅ ਦੇ ਵਿੱਚ ਕੁਝ ਤਬਦੀਲੀ ਲਿਆਉਂਦੀ ਕਿ ਹੁਣ ਉਹ ਬਹੁਤਾ ਲੋਕਾਂ ਦੇ ਵਿੱਚ ਵਿਚਰਦੇ ਨਹੀਂ, ਬਹੁਤਾ ਕਿਸੇ ਦੇ ਨਾਲ ਗੱਲਬਾਤ ਨਹੀਂ ਕਰਦੇ। ਕਹਿੰਦੇ ਆਪਣੇ ਆਪ ਨੂੰ ਕਹਿੰਦੇ ਥੋੜਾ ਛੁਪਾ ਕੇ ਰੱਖਦੇ ਨੇ। ਮਤ ਸੁਭਾਅ ਆਨੰਦ ਮੈਂ ਕਰੇ ਨਾ ਕਛੂ ਲਖਾ। ਤੇ ਮਸਤ ਸੁਭਾਅ ਆਨੰਦਮਈ ਸਰੂਪ ਵਾਲੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਆਪਣੇ ਆਪ ਨੂੰ ਜ਼ਾਹਰ ਨਹੀਂ ਸਨ ਕਰਦੇ। ਚੌਪਈ ਉਦਾਸੀਨ ਬ੍ਰਿਤ ਰਹੇ ਅਰੂੜਾ, ਜਾਤੇ ਲੱਖ ਨਾ ਸਕੇ ਨਰ ਮੂੜਾ। ਤੇ ਕਹਿੰਦੇ ਜਿਹੜੇ ਉਹਨਾਂ ਨੇ ਆਪਣੀ ਉਦਾਸ ਬਿਰਤੀ ਵਿੱਚ ਸਦਾ ਟਿਕੇ ਰਹਿੰਦੇ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ,
ਜਿਨ੍ਹਾਂ ਨੇ ਆਪਣੀ ਬਿਰਤੀ ਉਦਾਸ ਸੁਭਾਅ ਵਾਲੀ ਬਣਾਈ ਹੋਈ ਹੈ ਕਿ ਉਹਨਾਂ ਦੀ ਇਸ ਅਵਸਥਾ ਨੂੰ ਜਾਂਤੇ ਲੱਖ ਨਾ ਸਕੇ ਨਰ ਮੂੜਾ, ਵੀ ਕੋਈ ਵੀ ਮੂਰਖ ਉਹਨਾਂ ਦੀ ਇਸ ਅਵਸਥਾ ਨੂੰ, ਇਸ ਸੁਭਾਅ ਨੂੰ, ਉਦਾਸ ਬਿਰਤੀ ਨੂੰ ਕਹਿੰਦੇ ਸਮਝ ਨਹੀਂ ਸਕਦਾ। ਹੀਰਨ ਹੇਤ ਨਾ ਖੋਲੇ ਨੈਣਾ, ਚੰਚਲ ਅਧਰ ਨਾ ਕਰ ਹਿਤ ਬਹਿਣਾ। ਹੀਰਨ ਦਾ ਭਾਵ ਹੁੰਦਾ ਦੇਖਣਾ, ਕਿ ਕਹਿੰਦੇ ਦੇਖਣ ਦੇ ਵਾਸਤੇ, ਕਿਸੇ ਨੂੰ ਵੀ ਦੇਖਣ ਵਾਸਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਆਪਣੇ ਨੈਣ ਨਹੀਂ ਖੋਲਦੇ, ਆਪਣੀਆਂ ਅੱਖਾਂ ਨੂੰ ਨਹੀਂ ਖੋਲਦੇ। ਚੰਚਲ ਅਧਰ ਨਾ ਕਰ ਹਿਤ ਬਹਿਣਾ, ਤੇ ਆਪਣੇ ਬੁੱਲਾਂ ਨੂੰ, ਆਪਣੇ ਹੋਠਾਂ ਨੂੰ ਕਹਿੰਦੇ ਬਚਨ ਕਹਿਣ ਵਾਸਤੇ ਚੰਚਲ ਨਹੀਂ ਸਨ ਕਰਦੇ, ਕੁਝ ਵੀ ਬੋਲਣ ਦੇ ਲਈ ਤਿਆਰ ਨਹੀਂ। ਭਾਵ ਉਹ ਆਪਣਾ ਜੀਵਨ ਹੁਣ ਚੁੱਪਚਾਪ ਰਹਿ ਕੇ ਬਤੀਤ ਕਰਦੇ ਨੇ। ਸਹਿਜ ਸੁਭਾਇਕ ਕਿਰਿਆ ਲਿਖੀ ਕੇ, ਹੋਏ ਤਾਂ ਹੋਏ ਨਾ ਥਿਰ ਬਿਦਨੀ ਕੇ। ਇਸੇ ਤਰ੍ਹਾਂ ਕਹਿੰਦੇ ਜਿਹੜੀਆਂ ਉਹਨਾਂ ਦੀਆਂ ਕਰਮ ਇੰਦਰੀਆਂ ਨੇ, ਭਾਵ ਜਿਹੜੇ ਸਰੀਰ ਦੇ ਅੰਗ ਨੇ ਜਾਂ ਗਿਆਨ ਇੰਦਰੀਆਂ ਨੇ, ਕਹਿੰਦੇ ਇੰਦਰੀਆਂ ਦੀ ਸਹਿਜ ਸੁਭਾਅ ਕਿਰਿਆ ਹੋ ਰਹੀ ਹੈ, ਆਪਣੇ ਆਪ ਹੀ ਜਿਹੜੀ ਕਿਰਿਆ ਉਹਨਾਂ ਦੀ ਹੋ ਰਹੀ ਹੈ। ਹੋਏ ਤਾਂ ਹੋਏ ਨਤ ਥਿਰ ਬਿਦਨੀ ਕੇ, ਕਹਿੰਦੇ ਜੇ ਕੁਝ ਹੱਥਾਂ ਦੇ ਨਾਲ, ਪੈਰਾਂ ਦੇ ਨਾਲ, ਕੁਝ ਪੈਰ ਜਾਂ ਹੱਥ ਕਿਰਿਆ ਕਰਦੇ ਨੇ, ਜੇ ਹੋ ਜਾਵੇ ਤਾਂ ਆਪਣੇ ਆਪ ਹੋ ਜਾਵੇ, ਨਹੀਂ ਤਾਂ ਕਹਿੰਦੇ ਉਹ ਵੀ ਹੱਥ ਪੈਰ ਟਿਕੇ ਰਹਿੰਦੇ ਨੇ। ਭਾਵ ਹੁਣ ਸ਼ਾਂਤ ਸੁਭਾਅ ਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਵਿਚਰਦੇ ਨੇ। ਕੋਈ ਵੀ ਆਪਣੇ ਕੰਮ ਕਰਨ ਨੂੰ ਉਹਨਾਂ ਦਾ ਮਨ ਨਹੀਂ ਲੱਗ ਰਿਹਾ, ਕੁਝ ਵੀ ਕਿਸੇ ਦੇ ਨਾਲ ਵਿਚਾਰ ਚਰਚਾ ਨਹੀਂ ਕਰਦੇ। ਅੰਤਰਮੁਖੀ ਬ੍ਰਿਤ ਦਿਨ ਰਹਿਣਾ, ਕਰ ਰਾਖੀ ਸ਼੍ਰੀ ਪੰਕਜ ਨੈਣਾ। ਕਹਿੰਦੇ ਕਮਲ ਦੇ ਨੈਣਾ ਵਰਗੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕਿ ਦਿਨ ਰਾਤ ਅੰਤਰਮੁਖੀ ਬਿਰਤੀ ਟਿਕਾਈ ਰੱਖਦੇ ਨੇ, ਆਪਣੇ ਅੰਤਰ ਚਿੱਤ ਦੇ ਨਾਲ, ਅੰਤਰ ਧਿਆਨ ਦੇ ਨਾਲ ਹਮੇਸ਼ਾ ਆਪਣੀ ਬਿਰਤੀ, ਆਪਣੀ ਸੁਰਤੀ ਨੂੰ ਇਕਾਗਰ ਕਰਕੇ ਹਮੇਸ਼ਾ ਆਪਣੀ ਸੁਰਤ ਦੇ ਵਿੱਚ, ਆਪਣੇ ਚਿੱਤ ਦੇ ਵਿੱਚ ਪਰਮਾਤਮਾ ਦੇ ਨਾਮ ਨੂੰ ਚੇਤੇ ਕਰਦੇ ਰਹਿੰਦੇ ਨੇ। ਜਗਤ ਅਸਾਰ ਖੇਲ ਜਿਵ ਸਿਸਕੀ, ਆਸ ਲਖ ਕਰੇ ਨ ਕਾਂਖਾ ਕਿਸ ਕੀ। ਕਹਿੰਦੇ ਜਗਤ ਦੇ ਵੱਲੋਂ ਬਿਲਕੁਲ ਬੇਖਬਰ ਹੋਏ ਨੇ, ਕਿ ਜਿਵੇਂ ਆਮ ਤੌਰ ਦੇ ਉੱਤੇ ਬੱਚੇ ਦੇਖਦੇ ਆ ਕਿ ਬੇਪਰਵਾਹ ਹੋ ਕੇ ਖੇਡਦੇ ਨੇ। ਬੱਚਿਆਂ ਦੇ ਸੁਭਾਅ ਦੇ ਵਿੱਚ ਦੇਖਿਆ ਜਾਂਦਾ ਵੀ ਉਹਨਾਂ ਨੂੰ ਕਿਸੇ ਵੀ ਚੀਜ਼ ਦੀ ਪਰਵਾਹ ਨਹੀਂ ਹੁੰਦੀ, ਬੇਪਰਵਾਹ ਹੋ ਕੇ ਆਪਣਾ ਜੀਵਨ, ਬਚਪਨ ਜਿਹੜਾ ਨੇ ਉਹ ਬਤੀਤ ਕਰਦੇ ਨੇ। ਇਸੇ ਤਰ੍ਹਾਂ ਕਹਿੰਦੇ ਉਹ ਬੇਖਬਰ ਜਿਹੇ ਬਾਲਕ ਦੀ ਖੇਡ ਹੁੰਦੀ ਹੈ ਨਾ, ਉਹ ਇਸੇ ਤਰ੍ਹਾਂ ਆਪਣਾ ਜੀਵਨ ਬਸਰ ਕਰਦੇ ਨੇ। ਕਈ ਵਾਰੀ ਦੇਖਿਆ ਜਾਂਦਾ ਕਿ ਬੱਚੇ ਕਿਸੇ ਦੀ ਚੀਜ਼ ਦੇਖ ਕੇ ਹੋਰ ਬੱਚੇ ਦੇ ਕੋਲ ਚੀਜ਼ ਹੋਵੇ ਤਾਂ ਉਸ ਚੀਜ਼ ਦੀ ਪ੍ਰਾਪਤੀ ਦੇ ਲਈ ਵੀ ਬਹੁਤ ਜਿੱਦ ਕਰਦੇ ਨੇ। ਕਹਿੰਦੇ ਪਰ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਹੁਣ ਉਹਨਾਂ ਦੀ ਜੀਵਨ ਦੇ ਵਿੱਚ ਕਿਸੇ ਵੀ ਚੀਜ਼ ਨੂੰ ਪ੍ਰਾਪਤ ਕਰਨ ਦੀ ਜਿਹੜੀ ਇੱਛਾ ਹੈ ਉਹ ਨਹੀਂ ਰਹੀ। ਨਰ ਨਾਰੀ ਪਾਖੇ ਅਸਰੀਤੀ, ਕਾਲੂ ਸੁਤ ਕੀ ਮਤ ਵਿਪਰੀਤੀ। ਤੇ ਜਿਹੜੇ ਨਰ ਨਾਰੀ ਭਾਵ ਜਿਹੜੇ ਮਨੁੱਖ ਨੇ, ਜਿਹੜੇ ਪੁਰਸ਼ ਨੇ, ਇਸਤਰੀਆਂ ਨੇ ਨਗਰ ਦੀਆਂ, ਸਾਰੇ ਨਗਰ ਦੇ ਲੋਕ ਅਜਿਹੀ ਹਾਲਤ ਵਿੱਚ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਦੇਖ ਕੇ ਸਾਰੇ ਆਪਸ ਦੇ ਵਿੱਚ ਵਿਚਾਰ ਕਰਦੇ ਨੇ ਤੇ ਆਪਣੇ ਮੂੰਹ ਦੇ ਵਿੱਚੋਂ ਇਹੀ ਬੋਲ ਬੋਲਦੇ ਨੇ ਕਿ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕਾਲੂ ਦੇ ਪੁੱਤਰ, ਕਾਲੂ ਸੁਤ ਕੀ ਮਤ ਵਿਪਰੀਤੀ, ਕਿ ਕਾਲੂ ਦੇ ਪੁੱਤਰ ਦੀ ਜਿਹੜੀ ਮਤ ਸੀ ਨਾ, ਜਿਹੜੀ ਇਹਨਾਂ ਦੀ ਬੁੱਧੀ ਸੀ, ਉਹ ਕਹਿੰਦੇ ਉਲਟੀ ਹੋ ਗਈ ਹੈ। ਇਹ ਸਾਰੇ ਨਗਰ ਦੇ ਲੋਕ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਚੁੱਪ ਦੇਖ ਕੇ ਆਪਣੇ ਮਨ ਦੇ ਵਿੱਚ ਅਨੁਮਾਨ ਲਗਾਉਂਦੇ ਨੇ। ਚੌਪਈ ਆਗੇ ਕਹਿਤ ਬੈਨ ਗੁਣਸਾਲੀ, ਕਿਉਂ ਤੂਸ਼ਣ ਅਬ ਕੌਣ ਕੁਚਾਲੀ। ਕਹਿੰਦੇ ਇਹ ਤਾਂ ਗੁਣਾਂ ਦੀ ਖਾਣ ਸਨ, ਇਹਨਾਂ ਦੇ ਵਿੱਚ ਤਾਂ ਗੁਣ ਭਰਪੂਰ ਸਨ, ਅਸੀਂ ਸਾਰਿਆਂ ਨੇ ਦੇਖਿਆ ਹੈ। ਇਹ ਤਾਂ ਵਿਚਾਰ ਚਰਚਾ ਵੀ ਬਹੁਤ ਚੰਗੀ ਤਰੀਕੇ ਦੇ ਨਾਲ ਕਰਦੇ ਸਨ। ਬਾਲਕ ਇਹਨਾਂ ਦਾ ਪਿੱਛਾ ਨਹੀਂ ਸਨ ਛੱਡਦੇ, ਜਿਹੜੇ ਇਹਨਾਂ ਦੇ ਸਾਥੀ ਨੇ ਉਹਨਾਂ ਨੂੰ ਧੱਕੇ ਦੇ ਨਾਲ ਘਰ ਦੇ ਵਿੱਚ ਲੈ ਕੇ ਜਾਂਦਾ ਸੀ, ਪਰ ਕੋਈ ਵੀ ਇਹਨਾਂ ਦਾ ਸਾਥ ਛੱਡਣ ਲਈ ਤਿਆਰ ਨਹੀਂ ਸੀ ਹੁੰਦਾ।
ਜੇਕਰ ਬਾਲਕ ਘਰ ਦੇ ਵਿੱਚ ਵੀ ਪਹੁੰਚ ਜਾਂਦੇ ਸਨ, ਕਹਿੰਦੇ ਪਰ ਫਿਰ ਵੀ ਬਾਲਕਾਂ ਦਾ ਧਿਆਨ, ਉਹਨਾਂ ਬੱਚਿਆਂ ਦਾ ਧਿਆਨ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਵੱਲ ਲੱਗਾ ਰਹਿੰਦਾ ਸੀ। ਇਸੇ ਕਰਕੇ ਫਿਰ ਨਗਰ ਦੇ ਲੋਕ ਕਹਿੰਦੇ ਨੇ, ਕਹਿੰਦੇ ਇਹ ਗੁਣਵਾਨ ਹਨ ਤੇ ਅਸੀਂ ਸਾਰੇ ਜਾਣਦੇ ਹਾਂ। ਆਗੇ ਕਹਿਤ ਬੈਨ ਗੁਣਸਾਲੀ, ਵੇ ਕਿਸ ਭੈੜੀ ਗੱਲ ਕਰਕੇ, ਕਿਸ ਗੱਲ ਕਰਕੇ ਚੁੱਪ ਹੋ ਗਏ ਨੇ। ਇਹ ਤਾਂ ਗੁਣਾਂ ਦੀ ਖਾਣ ਸਨ, ਇਹ ਤਾਂ ਸਾਰਿਆਂ ਨੂੰ ਆਪਣੇ ਮੁਖ ਤੋਂ ਬਚਨ ਉਚਾਰਨ ਕਰਕੇ ਨਿਹਾਲ ਕਰਦੇ ਸਨ। ਇਹਨਾਂ ਦੇ ਬਚਨ ਸੁਣ ਕੇ ਸਾਰੇ ਆਨੰਦ ਮਹਿਸੂਸ ਕਰਦੇ ਸਨ, ਪਰ ਹਰ ਵੇਲੇ ਹੁਣ ਚੁੱਪ ਰਹਿੰਦੇ ਨੇ। ਕੀ ਗੱਲ ਹੋ ਗਈ, ਕਿਹੜੀ ਗੱਲ ਕਰਕੇ ਇਹਨਾਂ ਨੇ ਚੁੱਪ ਧਾਰਨ ਕੀਤੀ ਹੈ। ਢੀਠ ਲੱਗੀ ਨਰ ਨਾਰਨ ਕੇਰੀ, ਜੇ ਮਸਤਾਨੀ ਤੋਰ ਕਨੇਰੀ। ਢੀਠ ਕਹਿੰਦੇ ਨੇ ਵੀ ਨਜ਼ਰ। ਹੁਣ ਸਾਰੇ ਵਿਚਾਰ ਕਰਦੇ ਨੇ ਵੀ ਕਿਸੇ ਮਨੁੱਖ ਦੀ, ਕਿਸੇ ਮਰਦ ਜਾਂ ਇਸਤਰੀ ਦੀ ਇਹਨਾਂ ਨੂੰ ਨਜ਼ਰ ਤਾਂ ਨਹੀਂ ਲੱਗ ਗਈ, ਕਿਤੇ ਕਿਸੇ ਦੀ ਨਜ਼ਰ ਤਾਂ ਨਹੀਂ ਲੱਗ ਗਈ। ਤੇ ਫਿਰ ਆਖਦੇ ਨੇ ਕਿ ਜਿਹੇ ਮਸਤਾਨੀ ਤੋਰ ਕਨੇਰੀ, ਕਿ ਜਿਸ ਕਰਕੇ ਅਜਿਹੀ ਕਨੇਰੀ ਮਸਤਾਨੀ ਤਬੀਅਤ ਹੋ ਗਈ ਹੈ, ਜਿਸ ਕਰਕੇ ਇਹ ਬੇਪਰਵਾਹ ਹੋ ਗਏ ਨੇ, ਕੁਝ ਬੋਲਦੇ ਨਹੀਂ, ਚੁੱਪਚਾਪ ਰਹਿੰਦੇ ਨੇ, ਕਿਸੇ ਵੀ ਚੀਜ਼ ਦੀ ਹੁਣ ਇੱਛਾ ਨਹੀਂ ਕਰਦੇ, ਕਿਸੇ ਚੀਜ਼ ਨੂੰ ਪ੍ਰਾਪਤ ਕਰਨ ਦੀ ਇਹਨਾਂ ਦੇ ਮਨ ਦੇ ਵਿੱਚ ਲਾਲਸਾ ਨਹੀਂ ਹੈ। ਕੀ ਗੱਲ ਹੋ ਗਈ, ਕਿਉਂ ਚੁੱਪਚਾਪ ਰਹਿੰਦੇ ਨੇ। ਫਿਰ ਆਪਸ ਦੇ ਵਿੱਚ ਵਿਚਾਰਾਂ ਕਰਦੇ ਨੇ ਕਿ ਕਿਤੇ ਕਿਸੇ ਮਨੁੱਖ ਦੀ ਨਜ਼ਰ ਤਾਂ ਨਹੀਂ ਲੱਗ ਗਈ। ਭੂਤ ਪ੍ਰੇਤ ਕੀ ਪਈ ਕੇ ਛਾਇਆ, ਸੁਣਨ ਕਹਿਣ ਜਿਨ ਸਭ ਵਿਸਰਾਇਆ। ਕਹਿੰਦੇ ਕਿਤੇ ਕਿਸੇ ਭੂਤ ਪ੍ਰੇਤ ਦੀ ਛਾਇਆ ਤਾਂ ਨਹੀਂ ਚੰਬੜ ਗਈ, ਕਿਸੇ ਕਿਤੇ ਭੂਤ ਪ੍ਰੇਤ ਦਾ ਪਰਛਾਵਾਂ ਤਾਂ ਨਹੀਂ ਇਹਨਾਂ ਦੇ ਉੱਤੇ ਆ ਗਿਆ। ਸੁਣਨ ਕਹਿਣ ਜਿਨ ਸਭ ਵਿਸਰਾਇਆ, ਕਿ ਜਿਸ ਕਰਕੇ ਇਹਨਾਂ ਨੇ ਲੋਕਾਂ ਨਾਲ ਬੋਲਣਾ ਅਤੇ ਕਿਸੇ ਦੀ ਗੱਲ ਨੂੰ ਸੁਣਨਾ ਸਾਰਾ ਕੁਝ ਤਿਆਗ ਦਿੱਤਾ ਹੈ, ਸਾਰਾ ਕੁਝ ਛੱਡ ਦਿੱਤਾ ਹੈ। ਕਿਤੇ ਕਿਸੇ ਚੀਜ਼ ਦਾ ਇਹਨਾਂ ਦੇ ਉੱਤੇ ਪਰਛਾਵਾਂ ਤਾਂ ਨਹੀਂ ਪੈ ਗਿਆ। ਕਸ਼ਕ ਦਿਵਸ ਬੀਤੇ ਅਸਰੀਤੀ, ਏਕ ਸਮੈ ਕਾਲੂ ਕਰ ਪ੍ਰੀਤੀ। ਜਦੋਂ ਪਾਤਸ਼ਾਹ ਜੀ ਦਾ ਇਹ ਸੁਭਾਅ ਹੋ ਗਿਆ ਨਾ, ਚੁੱਪਚਾਪ ਰਹਿੰਦੇ ਨੇ, ਕਿਸੇ ਦੇ ਨਾਲ ਬੋਲਦੇ ਨਹੀਂ, ਨਾ ਹੀ ਕਿਸੇ ਦੀ ਗੱਲ ਸੁਣਨਾ ਪਸੰਦ ਕਰਦੇ ਨੇ। ਜਦੋਂ ਇਹ ਸਾਰਾ ਕੁਝ ਦੇਖਿਆ ਤਾਂ ਹੁਣ ਪਰਿਵਾਰ ਦੇ ਜੀਅ ਵੀ ਆਪਸ ਦੇ ਵਿੱਚ ਥੋੜਾ ਜਿਹਾ ਫਿਕਰ ਕਰਦੇ ਨੇ ਆਪਣੇ ਬੱਚੇ ਦੇ ਬਾਬਤ, ਵੀ ਭਾਈ ਇਹ ਚੁੱਪਚਾਪ ਕਿਉਂ ਹੋ ਗਿਆ। ਬੜਾ ਵਧੀਆ ਖੇਡਦਾ ਸੀ, ਘਰ ਦੇ ਵਿੱਚ ਰੌਣਕਾਂ ਲੱਗੀਆਂ ਹੋਈਆਂ ਸਨ, ਪਰ ਇਹ ਹੁਣ ਚੁੱਪ ਹੋ ਗਿਆ। ਕਿਸ ਕਾਰਨ ਕਰਕੇ ਇਹਨੇ ਚੁੱਪ ਧਾਰਨ ਕੀਤੀ। ਕਹਿੰਦੇ ਇਸੇ ਤਰ੍ਹਾਂ ਉਹਨਾਂ ਦਾ ਸੁਭਾਅ ਦੇਖਦਿਆਂ, ਉਹਨਾਂ ਦਾ ਜੀਵਨ ਦਾ ਬਦਲਾਅ ਦੇਖਦਿਆਂ ਇਸ ਢੰਗ ਦੇ ਨਾਲ ਕੁਝ ਦਿਨ ਬੀਤ ਗਏ ਤੇ ਬਾਅਦ ਦੇ ਵਿੱਚ ਕਹਿੰਦੇ ਏਕ ਸਮੇਂ ਕਾਲੂ ਕਰ ਪ੍ਰੀਤੀ। ਇੱਕ ਦਿਨ ਮਹਿਤਾ ਕਾਲੂ ਜੀ ਨੇ ਆਪਣੇ ਪੁੱਤਰ ਨੂੰ ਬਹੁਤ ਲਾਡ ਪਿਆਰ ਕੀਤਾ, ਆਪਣੇ ਪੁੱਤਰ ਨੂੰ ਬਹੁਤ ਦੁਲਾਰਿਆ ਹੈ, ਆਪਣੇ ਪੁੱਤਰ ਨੂੰ ਬਹੁਤ ਪ੍ਰੀਤ ਕੀਤੀ ਹੈ। ਅੰਕ ਵਿਸਾਏ ਸੀਸ ਕਰ ਫੇਰਾ, ਸੁੰਗਤ ਮਸਤਕ ਆਨੰਦ ਕਨੇਰਾ। ਅੰਕ ਦਾ ਭਾਵ ਹੁੰਦਾ ਗੋਦੀ। ਕਹਿੰਦੇ ਇੱਕ ਦਿਨ ਜਦੋਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਉਹਨਾਂ ਦੇ ਪਿਤਾ ਜੀ ਪਿਆਰ ਕਰਦੇ ਨੇ ਨਾ, ਆਪਣੇ ਪੁੱਤਰ ਨੂੰ ਪ੍ਰੇਮ ਕਰਦੇ ਨੇ, ਤੇ ਆਪਣੀ ਗੋਦੀ ਦੇ ਵਿੱਚ ਬਿਠਾ ਲਿਆ, ਚੱਕ ਕੇ ਆਪਣੇ ਪੁੱਤਰ ਨੂੰ ਗੋਦ ਦੇ ਵਿੱਚ ਬਿਠਾ ਲਿਆ ਤੇ ਘੁੱਟ ਕੇ ਆਪਣੀ ਛਾਤੀ ਦੇ ਨਾਲ ਲਾ ਲਿਆ, ਤੇ ਫਿਰ ਪਿਆਰ ਦੇ ਨਾਲ ਸਿਰ ਤੇ ਹੱਥ ਫੇਰਿਆ। ਸੁੰਗਤ ਮਸਤਕ ਆਨੰਦ ਕਨੇਰਾ। ਤੇ ਇਸੇ ਤਰ੍ਹਾਂ ਫਿਰ ਉਹਨਾਂ ਦਾ ਕਹਿੰਦੇ ਬੜੇ ਪਿਆਰ ਦੇ ਨਾਲ ਆਪਣੇ ਪੁੱਤਰ ਦਾ ਮੱਥਾ ਚੁੰਮ ਕੇ ਬੜਾ ਆਨੰਦ ਪ੍ਰਾਪਤ ਕੀਤਾ। ਆਮ ਤੌਰ ਦੇ ਉੱਤੇ ਅਸੀਂ ਦੇਖਦੇ ਹਾਂ ਨਾ, ਘਰਾਂ ਦੇ ਵਿੱਚ ਮਾਂ-ਬਾਪ ਦੋਨੋਂ ਹੀ ਲਾਡ ਕਰਦੇ ਹੁੰਦੇ ਨੇ ਆਪਣੀ ਔਲਾਦ ਨੂੰ। ਬਸ ਫਰਕ ਇੰਨਾ ਰਹਿ ਜਾਂਦਾ ਕਿ ਪਿਤਾ ਦੇ ਕੁਝ ਰੁਝੇਵੇਂ ਇਹੋ ਜਿਹੇ ਹੁੰਦੇ ਨੇ ਕਿ ਪਿਤਾ ਜ਼ਾਹਰ ਨਹੀਂ ਕਰ ਪਾਉਂਦਾ, ਬੋਲਿਆ ਨਹੀਂ ਜਾ ਸਕਦਾ। ਆਮ ਤੌਰ ਦੇ ਉੱਤੇ ਬੱਚਿਆਂ ਦੇ ਵਿੱਚ ਵੀ ਇਹੀ ਸੁਭਾਅ ਹੁੰਦਾ, ਤੇ ਆਪਣੇ ਪਿਓ ਦੇ ਨਾਲ, ਆਪਣੇ ਪਿਤਾ ਦੇ ਨਾਲ ਬਹੁਤੀ ਗੱਲਬਾਤ ਕਰ ਹੀ ਨਹੀਂ ਪਾਉਂਦੇ। ਹਰੇਕ ਦੇ ਮਨ ਦੇ ਵਿੱਚ ਹੁੰਦਾ ਤੇ ਨੇ ਬਲਬਲੇ ਤਾਂ ਹੁੰਦੇ ਨੇ, ਹਰੇਕ ਧੀ ਪੁੱਤ ਆਪਣੇ ਮਾਂ-ਬਾਪ ਨੂੰ ਪਿਆਰ ਕਰਦੇ ਨੇ, ਪਰ ਕਿਸੇ ਕੋਲ ਕਹਿਣ ਦੇ ਲਈ ਸ਼ਬਦ ਨਹੀਂ ਹੁੰਦੇ। ਪਿਤਾ ਵੀ ਘਰ ਦੇ ਰੁਝੇਵਿਆਂ ਦੇ ਕਾਰਨ ਆਪਣੇ ਔਲਾਦ ਦੀ ਜਿਹੜੀਆਂ ਇੱਛਾਵਾਂ ਦੀ ਪੂਰਤੀ ਦੇ ਖਾਤਰ, ਉਹਨਾਂ ਦੀ ਪੜ੍ਹਾਈ ਦੇ ਖਾਤਰ ਘਰ-ਬਾਰ ਤੋਂ ਦੂਰ ਰਹਿੰਦੇ ਨੇ, ਕਈ ਵਾਰ ਕੰਮ-ਕਾਜ ਕਰਦੇ ਨੇ। ਮਾਂ ਨੇ ਹਰ ਵੇਰ ਘਰੇ ਹੀ ਰਹਿਣਾ ਹੁੰਦਾ, ਬੱਚਿਆਂ ਦੇ ਨਾਲ ਜ਼ਿਆਦਾ ਪ੍ਰੀਤ ਮਾਂ ਦੀ ਹੁੰਦੀ, ਪਰ ਪਿਤਾ ਕਦੇ ਜ਼ਾਹਰ ਨਹੀਂ ਕਰਦਾ। ਪਰ ਜਦੋਂ ਕਿਤੇ ਸਮਾਂ ਆਉਂਦਾ ਹੈ, ਪਿਓ ਪੁੱਤ ਜਾਂ ਪਿਓ ਧੀ ਆਪਸ ਦੇ ਵਿੱਚ ਬੈਠਦੇ ਨੇ
ਜਦੋਂ ਪਿਤਾ ਫਿਰ ਔਲਾਦ ਪਿਆਰ ਕਰਦਾ ਨਾ, ਚਾਹੇ ਮਹੀਨੇ ਦੇ ਵਿੱਚ ਕਿਤੇ ਇੱਕ ਵਾਰੀ ਪਿਓ ਦੀ ਜੱਫੀ ਨਸੀਬ ਹੋਵੇ, ਪਰ ਉਸ ਦੇ ਵਿੱਚ ਇੰਨਾ ਕੁ ਆਨੰਦ ਹੁੰਦਾ ਹੈ, ਇੰਨਾ ਕੁ ਪਿਆਰ ਹੁੰਦਾ ਕਿ ਸਾਰੇ ਥਕੇਵੇਂ, ਸਾਰੀਆਂ ਚਿੰਤਾਵਾਂ, ਸਾਰੀਆਂ ਜਿਹੜੀਆਂ ਨੇ ਟੈਨਸ਼ਨਾਂ ਨੇ ਉਹ ਦੂਰ ਹੋ ਜਾਂਦੀਆਂ। ਇਸੇ ਤਰ੍ਹਾਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਪਿਤਾ ਜੀ ਜਦੋਂ ਦੇਖਦੇ ਨੇ ਰੋਜ਼ਾਨਾ ਕਾਰ ਕਰਦੇ ਨੇ, ਘਰ ਦੇ ਵਿੱਚ ਸਮਾਂ ਘੱਟ ਬਤੀਤ ਕਰਨ ਨੂੰ ਮਿਲਦਾ। ਜਦੋਂ ਪੁੱਤਰ ਦਾ ਸੁਭਾਅ ਦੇਖਦੇ ਨੇ ਕਿ ਪੁੱਤਰ ਦੇ ਜੀਵਨ ਦੇ ਵਿੱਚ ਥੋੜ੍ਹਾ ਜਿਹਾ ਸੁਭਾਅ ਦੇ ਵਿੱਚ ਤਬਦੀਲੀ ਆਈ, ਚੁੱਪਚਾਪ ਰਹਿੰਦੇ ਨੇ। ਹੁਣ ਆਪਣੇ ਪੁੱਤਰ ਨੂੰ ਆਪਣੇ ਕਲਾਵੇ ਦੇ ਵਿੱਚ ਲਿਆ, ਘੁੱਟ ਕੇ ਛਾਤੀ ਦੇ ਨਾਲ ਲਾਇਆ, ਸਿਰ ਦੇ ਉੱਤੇ ਪਿਆਰ ਦੇ ਨਾਲ ਹੱਥ ਫੇਰਦੇ ਨੇ ਤੇ ਪਿਆਰ ਦੇ ਨਾਲ ਆਪਣੇ ਪੁੱਤਰ ਨੂੰ ਦੁਲਾਰਦੇ ਨੇ, ਮੱਥਾ ਚੁੰਮ ਕੇ ਆਨੰਦ ਪ੍ਰਾਪਤ ਕਰਦੇ ਨੇ। ਤੇ ਇਸੇ ਤਰ੍ਹਾਂ ਬਹੁਤ ਪਿਆਰ ਆਪਣੇ ਪੁੱਤਰ ਨੂੰ ਗੋਦੀ ਵਿੱਚ ਬਿਠਾ ਕੇ ਕਰਦੇ ਨੇ। ਹੇਰ ਤਾਤ ਕੋ ਹਿਰਦੈ ਵਿਚਾਰਾ, ਮਤ ਪ੍ਰਕਾਸ਼ੇ ਕਰਤਿਓ ਕਾਰਾ। ਤੇ ਇਸੇ ਤਰ੍ਹਾਂ ਆਪਣੇ ਪੁੱਤਰ ਨੂੰ ਫਿਰ ਪਿਆਰ ਦੇ ਨਾਲ, ਪਿਆਰ ਦੀਆਂ ਨਜ਼ਰਾਂ ਦੇ ਨਾਲ ਜਦੋਂ ਤੱਕਦੇ ਨੇ ਨਾ, ਦੇਖਦੇ ਨੇ ਆਪਣੇ ਪੁੱਤਰ ਨੂੰ, ਫਿਰ ਮਨ ਦੇ ਵਿੱਚ ਇਹ ਵਿਚਾਰਿਆ, ਮਨ ਦੇ ਵਿੱਚ ਇਹ ਵਿਚਾਰ ਚਰਚਾ ਕਰਦੇ ਨੇ ਮਹਿਤਾ ਕਾਲੂ ਜੀ ਵੀ ਹੁਣ ਚੁੱਪਚਾਪ ਰਹਿੰਦਾ। ਕੋਈ ਕੰਮ ਕਾਜ ਜੇਕਰ ਇਸ ਨੂੰ ਲਗਾਇਆ ਜਾਵੇ, ਕਿਸੇ ਕੰਮ ਦੇ ਵੱਲ ਇਹਨਾਂ ਨੂੰ ਲਗਾਇਆ ਜਾਵੇ ਤਾਂ ਇਹਨਾਂ ਦਾ ਧਿਆਨ ਉਸ ਕੰਮ ਦੇ ਵਿੱਚ ਲੱਗੇਗਾ। ਇਹਨਾਂ ਦੀ ਰੁਚੀ ਕੰਮ ਦੇ ਵਿੱਚ ਜਦੋਂ ਲੱਗ ਜਾਵੇਗੀ, ਕੰਮ ਦੇ ਵੱਲ ਧਿਆਨ ਦੇਣਗੇ ਤਾਂ ਇਹਨਾਂ ਦੇ ਸੁਭਾਅ ਦੇ ਵਿੱਚ ਵੀ ਤਬਦੀਲੀ ਆ ਜਾਵੇਗੀ। ਇਸੇ ਤਰ੍ਹਾਂ ਇਹਨਾਂ ਦੇ ਆਪਸ ਦੇ ਵਿੱਚ ਆਪਣੇ ਮਨ ਦੇ ਵਿੱਚ ਮਹਿਤਾ ਕਾਲੂ ਦੇ ਵਿਚਾਰ ਕਰਦੇ ਨੇ ਕਿ ਕੋਈ ਕੰਮ ਦੇ ਵਿੱਚ ਲਗਾਇਆ ਜਾਵੇ ਤਾਂ ਜੋ ਇਹਨਾਂ ਦੀ ਬੁੱਧੀ ਦਾ ਜਿਹੜਾ ਵਿਕਾਸ ਹੈ ਉਹ ਵੱਧ ਹੋਵੇ। ਜਾਂ ਤੇ ਕਾਰ ਕਰਾਉ ਜੇ ਥੋਰੀ, ਸਨੈ ਸਨੈ ਪਰਚੈ ਸਭ ਠੋਰੀ। ਤੋ ਕਹਿੰਦੇ ਇਸ ਤੋਂ ਕਹਿੰਦੇ ਮੈਂ ਥੋੜਾ ਬਹੁਤ ਕੰਮ ਕਰਾਵਾਂਗਾ। ਮਹਿਤਾ ਕਾਲੂ ਜੀ ਮਨ ਦੇ ਵਿੱਚ ਵਿਚਾਰ ਕਰਦੇ ਨੇ, ਮੈਂ ਆਪਣੇ ਪੁੱਤਰ ਤੋਂ ਹੁਣ ਥੋੜਾ ਥੋੜਾ ਕੰਮ ਕਰਾਵਾਂਗਾ। ਕਹਿੰਦੇ ਹੌਲੀ ਹੌਲੀ, ਸਨੈ ਸਨੈ ਦਾ ਭਾਵ ਹੁੰਦਾ ਹੌਲੀ ਹੌਲੀ, ਪਰਚੇ ਸਭ ਠੋਰੀ, ਕਿ ਇਹਨਾਂ ਦਾ ਜੀ ਜਿਹੜਾ ਹੈ ਉਹ ਪਰਚ ਜਾਵੇਗਾ, ਇਹਨਾਂ ਦਾ ਮਨ ਲੱਗਣ ਲੱਗ ਜਾਵੇਗਾ। ਹੁਣ ਇਹ ਜਿਹੜਾ ਚੁੱਪ ਚੁੱਪ ਰਹਿੰਦੇ ਨੇ ਨਾ, ਇਹ ਜਦੋਂ ਹੌਲੀ ਹੌਲੀ ਕੰਮ ਕਰਨ ਲੱਗਣਗੇ, ਇਹਨਾਂ ਦਾ ਜੀ ਵੀ ਲੱਗਣ ਲੱਗ ਜਾਵੇਗਾ ਤੇ ਦੁਬਾਰਾ ਫਿਰ ਇਹਨਾਂ ਦਾ ਸੁਭਾਅ ਜਿਹੜਾ ਹੈ ਉਸੇ ਤਰ੍ਹਾਂ ਹੋ ਜਾਵੇਗਾ। ਸਾਰਿਆਂ ਦੇ ਨਾਲ ਚੰਗੇ ਤਰੀਕੇ ਦੇ ਨਾਲ ਗੱਲਬਾਤ ਕਰਨਗੇ, ਸਾਰਿਆਂ ਦੀ ਗੱਲ ਸੁਣਨਗੇ ਵੀ, ਤੇ ਜਿਹੜੇ ਲੋਕ ਇਹਨਾਂ ਦੇ ਬਚਨ ਸੁਣਨ ਲਈ ਤਰਸਦੇ ਨੇ ਉਹਨਾਂ ਦੇ ਨਾਲ ਵੀ ਚੰਗੀ ਤਰੀਕੇ ਦੇ ਨਾਲ ਬੋਲਣਗੇ। ਅਸ ਵਿਦ ਲਖ ਕਾਲੂ ਮੁਖ ਪਾਖੀ, ਗੋ ਮਹਿਖੀ ਚਾਰੋ ਕਰ ਰਾਖੀ। ਇਸੇ ਤਰ੍ਹਾਂ ਵੇਖ ਕੇ ਹੁਣ ਕਾਲੂ ਜੀ ਨੇ ਜਦੋਂ ਮਨ ਦੇ ਵਿੱਚ ਵਿਚਾਰ ਕੀਤੀ ਨਾ, ਕੋਈ ਕੰਮ ਧੰਦੇ ਲਗਾਇਆ ਜਾਵੇ, ਇਹ ਸਾਰਾ ਕੁਝ ਦੇਖ ਕੇ ਕਾਲੂ ਜੀ ਜਿੱਥੇ ਆਪਣੇ ਪੁੱਤਰ ਨੂੰ ਪਿਆਰ ਕਰਦੇ ਨੇ ਤੇ ਆਪਣੇ ਮੁਖਾਰ ਬਿੰਦ ਤੋਂ ਕਹਿੰਦੇ ਇਉਂ ਉਹਨਾਂ ਨੇ ਬਚਨ ਆਖੇ, ਗੋ ਮਹਿਖੀ ਚਾਰੋ ਕਰ ਰਾਖੀ। ਗੋ ਦਾ ਭਾਵ ਹੈ ਗਾਵਾਂ, ਮਹਿਖੀ ਦਾ ਭਾਵ ਹੁੰਦਾ ਮੱਝਾਂ, ਤੇ ਕਹਿੰਦੇ ਗਾਵਾਂ ਮੱਝਾਂ ਚਾਰੋ ਤੇ ਉਹਨਾਂ ਦੀ ਰਾਖੀ ਕਰੋ। ਹੁਣ ਆਪਣੇ ਪੁੱਤਰ ਨੂੰ ਆਖਦੇ ਨੇ ਵੀ ਤੁਸੀਂ ਗਾਵਾਂ ਮੱਝਾਂ ਚਾਰਨ ਦੇ ਵਾਸਤੇ ਜਾਇਆ ਕਰੋ ਤੇ ਨਾਲ ਹੀ ਨਾਲ ਉਹਨਾਂ ਦੀ ਰਾਖੀ ਕਰੋ। ਏਕ ਆਤਮਜ ਹਮਰੇ ਤਮੁ, ਕਹਿ ਬਿਦ ਸਰੈ ਕਰੇ ਬਿਨ ਕਾਮੁ। ਏਕ ਆਤਮਜ ਦਾ ਭਾਵ, ਆਤਮਜ ਦਾ ਭਾਵ ਹੈ ਪੁੱਤਰ। ਹਮਰੇ ਧਾਮੂ, ਧਾਮੂ ਦਾ ਭਾਵ ਹੈ ਘਰ। ਕਹਿੰਦੇ ਸਾਡੇ ਘਰ ਦੇ ਵਿੱਚ ਇੱਕੋ ਹੀ ਪੁੱਤਰ ਹੈ ਤੇ ਇਸ ਕਰਕੇ ਕਹਿੰਦੇ ਕਹਿ ਬਿਦ ਸਰੈ ਕਰੇ ਬਿਨ ਕਾਮੁ, ਵੀ ਜੇਕਰ ਉਹੀ ਪੁੱਤਰ ਕੋਈ ਕੰਮ ਨਾ ਕਰੇ ਤਾਂ ਘਰ ਦਾ ਗੁਜ਼ਾਰਾ ਕਿਸ ਤਰ੍ਹਾਂ ਚੱਲੇਗਾ, ਕਿਸ ਤਰ੍ਹਾਂ ਘਰ ਦਾ ਸਰੇਗਾ। ਤੇ ਇਸੇ ਤਰ੍ਹਾਂ ਬਗੈਰ ਕੰਮ ਤੋਂ ਘਰ ਦਾ ਕੁਝ ਵੀ ਜਿਹੜਾ ਹੈ ਉਹ ਘਰ ਦਾ ਕੰਮ ਕਾਜ ਕੀਤੇ ਬਿਨਾ ਉਹਨਾਂ ਦਾ ਸਰੇਗਾ ਨਹੀਂ। ਇਹ ਆਪਣੇ ਮਨ ਦੇ ਵਿੱਚ ਵਿਚਾਰ ਕਰਦੇ ਨੇ, ਨਾਲ ਹੀ ਨਾਲ ਆਪਣੇ ਪੁੱਤਰ ਨੂੰ ਪਿਆਰ ਕਰਦੇ ਕਰਦੇ ਸਮਝਾਉਂਦੇ ਨੇ ਵੀ ਥੋੜਾ ਬਹੁਤਾ ਹੁਣ ਤੁਸੀਂ ਵੀ ਕੰਮ ਕਰਿਆ ਕਰੋ। ਬੈਸਿਓ ਤਾਤ ਬਿਤੀਤ ਹੈ ਨਾਹੀ, ਕਰੋ ਕਾਰ ਨਿਜ ਮਨ ਪਰ ਚਾਹੀ। ਬੈਸਿਓ ਤਾਤ ਦਾ ਭਾਵ, ਤਾਤ ਦਾ ਭਾਵ ਹੈ ਪੁੱਤਰ। ਕਹਿੰਦੇ ਹੇ ਪੁੱਤਰ, ਬੈਠੇ ਰਹਿਣ ਨਾਲ ਸਮਾਂ ਨਹੀਂ ਗੁਜ਼ਰਦਾ। ਬੈਠਿਆ ਰਹਿਣ ਦੇ ਨਾਲ ਜੇਕਰ ਤੁਸੀਂ ਇਕੱਲਾ ਬੈਠ ਕੇ ਸਮਾਂ ਬਤੀਤ ਕਰਦੇ ਹੋ ਨਾ, ਕੋਈ ਕੰਮ ਕਾਜ ਨਹੀਂ ਕਰਦੇ, ਕਹਿੰਦੇ ਇਸੇ ਤਰ੍ਹਾਂ ਸਮਾਂ ਚੰਗੀ ਤਰ੍ਹਾਂ ਬਤੀਤ ਨਹੀਂ ਹੋਵੇਗਾ। ਆਮ ਤੌਰ ਦੇ ਉੱਤੇ ਜੇਕਰ ਦੇਖਿਆ ਜਾਵੇ ਤਾਂ ਜਦੋਂ ਅਸੀਂ ਕੋਈ ਕੰਮ ਕਾਜ ਕਰਦੇ ਹੋਈਏ ਨਾ ਤਾਂ ਸਾਨੂੰ ਸਮੇਂ ਦਾ ਪਤਾ ਵੀ ਨਹੀਂ ਲੱਗਦਾ।
ਜੇਕਰ ਅਸੀਂ ਮਨ ਚਿੱਤ ਲਗਾ ਕੇ ਕੋਈ ਵੀ ਕੰਮ ਕਰਦੇ ਹਾਂ ਤਾਂ ਸਾਨੂੰ ਕਈ ਵਾਰੀ ਉਹ ਕੰਮ ਕਰਦਿਆਂ 2-3 ਘੰਟੇ ਬੀਤ ਜਾਂਦੇ ਨੇ, ਤੇ ਜਦੋਂ ਅਸੀਂ ਮਹਿਸੂਸ ਕਰਦੇ ਤਾਂ ਸਾਨੂੰ ਇਸ ਤਰ੍ਹਾਂ ਹੀ ਲੱਗਦਾ ਵੀ ਭਾਈ ਹਜੇ ਤਾਂ 15-20 ਮਿੰਟ ਹੀ ਹੋਏ ਨੇ। ਇਸੇ ਤਰ੍ਹਾਂ ਜੇਕਰ ਅਸੀਂ ਕੋਈ ਕੰਮ ਕਾਜ ਨਾ ਵੀ ਕਰੀਏ ਤਾਂ ਉਹ 15-20 ਮਿੰਟ ਵੀ 3-4 ਘੰਟਿਆਂ ਵਾਂਗ ਲੱਗਦੇ ਨੇ, ਵੀ ਸਮਾਂ ਬੀਤਦਾ ਹੀ ਨਹੀਂ। ਇਸੇ ਤਰ੍ਹਾਂ ਉਹਨਾਂ ਨੂੰ ਹੁਣ ਆਪਣੇ ਪੁੱਤਰ ਨੂੰ ਮਹਿਤਾ ਕਾਲੂ ਜੀ ਸਮਝਾਉਂਦੇ ਨੇ ਕਿ ਜੇਕਰ ਤੁਸੀਂ ਇਸ ਤਰ੍ਹਾਂ ਵਿਹਲੇ ਬੈਠੇ ਰਹੇ ਤਾਂ ਤੁਹਾਡਾ ਸਮਾਂ ਕਿਸ ਤਰ੍ਹਾਂ ਬਤੀਤ ਹੋਵੇਗਾ। ਤੇ ਫਿਰ ਆਖਦੇ ਨੇ ਕਰੋ ਕਾਰ ਨਿਜ ਮਨ ਪਰਚਾਈ, ਕਿ ਆਪਣੇ ਮਨ ਪਰਜਾਵੇ ਲਈ, ਤਾਂ ਜੋ ਤੁਹਾਡਾ ਮਨ ਕਿਸੇ ਚੰਗੇ ਪਾਸੇ ਲੱਗਾ ਰਵੇ। ਤੇ ਇਸ ਕਰਕੇ ਆਪਣੇ ਮਨ ਨੂੰ ਵਿਕਸਿਤ ਕਰਨ ਵਾਸਤੇ, ਬੁੱਧੀ ਨੂੰ ਪ੍ਰਕਾਸ਼ਿਤ ਕਰਨ ਵਾਸਤੇ ਕਹਿੰਦੇ ਕੋਈ ਕੰਮ ਕਰੋ ਸਦਾ ਉਦਾਸ ਰਹੇ ਮਨ ਤੇ ਦੋ, ਪਰਚੋ ਪੁਨ ਹੋਏ ਸ਼ੀਰ ਬਧੇਰੋ। ਤੇ ਆਪਣੇ ਪੁੱਤਰ ਨੂੰ ਆਖਦੇ ਨੇ ਹੇ ਪੁੱਤਰ, ਤੇਰਾ ਮਨ ਸਦਾ ਉਦਾਸ ਰਹਿੰਦਾ ਹੈ, ਤੇ ਕਹਿੰਦੇ ਮੱਝਾਂ ਚਾਰਨ ਦੇ ਨਾਲ ਤੇਰਾ ਮਨ ਵੀ ਲੱਗ ਜਾਵੇਗਾ। ਤੇ ਇਸ ਦੇ ਨਾਲ ਪਰਚੋ ਪੁਨ ਹੋਏ ਸ਼ੀਰ ਬਧੇਰੋ, ਤੇ ਜਦੋਂ ਉਹ ਗਾਵਾਂ ਮੱਝਾਂ ਚੰਗੇ ਤਰੀਕੇ ਦਾ ਚਾਰਾ ਖਾਣਗੀਆਂ, ਚੰਗੇ ਤਰੀਕੇ ਦਾ ਉਹਨਾਂ ਨੂੰ ਆਹਾਰ ਮਿਲੇਗਾ, ਤਾਂ ਉਹ ਵਧੀਆ ਤਰੀਕੇ ਦੇ ਨਾਲ ਦੁੱਧ ਵੀ ਦੇਣਗੀਆਂ। ਇਸੇ ਤਰ੍ਹਾਂ ਆਪਣੇ ਪੁੱਤਰ ਨੂੰ ਸਮਝਾਉਂਦੇ ਨੇ ਦਾਸ ਚਰਾਵਤ ਰੀਤ ਬੇਗਾਨੀ, ਹਰ ਤਤਰਿਣਨ ਤੁਮ ਆਨੋ ਚਾਰੀ। ਦਾਸ ਦਾ ਭਾਵ ਕਹਿੰਦੇ ਵੀ ਨੌਕਰ, ਜਿਹੜੇ ਉਹਨਾਂ ਨੇ ਸੇਵਕ ਰੱਖੇ ਹੋਏ ਨੇ। ਆਪਣੇ ਪੁੱਤਰ ਨੂੰ ਸਮਝਾਉਂਦੇ ਨੇ ਵੀ ਜਿਹੜੇ ਆਪਾਂ ਸੇਵਕ ਰੱਖੇ ਨੇ ਨਾ ਘਰ ਦੇ ਵਿੱਚ, ਜਿਹੜੇ ਗਾਵਾਂ ਮੱਝਾਂ ਦਾ ਖਿਆਲ ਰੱਖਣ ਵਾਸਤੇ ਰੱਖੇ ਨੇ, ਕਹਿੰਦੇ ਉਹਨਾਂ ਨੇ ਸਾਰੀ ਜਿਹੜੀ ਰੀਤ ਵਿਗਾਰੀ, ਉਹਨਾਂ ਦੀ ਸਾਰੀ ਜਿਹੜੀ ਹਾਲਤ ਹੈ ਗਾਵਾਂ ਮੱਝਾਂ ਦੀ ਵਿਗਾੜ ਦਿੱਤੀ। ਉਹ ਚੰਗੇ ਤਰੀਕੇ ਦੇ ਨਾਲ ਗਾਵਾਂ ਮੱਝਾਂ ਦਾ ਖਿਆਲ ਨਹੀਂ ਰੱਖਦੇ, ਉਹ ਗਾਵਾਂ ਮੱਝਾਂ ਨੂੰ ਚੰਗੇ ਤਰੀਕੇ ਦੇ ਨਾਲ ਚਾਰਾ ਪੱਠੇ ਇਤ ਆਦਿਕ ਨਹੀਂ ਪਾਉਂਦੇ, ਤੇ ਜਿਸ ਦੇ ਨਾਲ ਉਹਨਾਂ ਦੀ ਹਾਲਾਤ ਜਿਹੜੀ ਹੈ ਉਹ ਵਿਗੜੇ ਹੋਏ ਨੇ, ਉਹ ਚੰਗੀ ਤਰ੍ਹਾਂ ਰਿਸ਼ਟ ਪੁਸ਼ਟ ਨਹੀਂ ਹਨ। ਤੇ ਫਿਰ ਆਖਦੇ ਨੇ ਹਰ ਤਤਰਿਣਨ ਤੁਮ ਆਨੋ ਚਾਰੀ, ਕਿ ਉਹਨਾਂ ਨੂੰ ਚੰਗੇ ਤਰੀਕੇ ਦਾ ਜਿਹੜਾ ਘਾਹ ਹੈ ਉਹ ਚਾਰ ਕੇ ਲਿਆਇਆ ਕਰੋ, ਤੁਸੀਂ ਇਸ ਕਾਰਜ ਦੇ ਵਿੱਚ ਉਹਨਾਂ ਦੀ ਸਹਾਇਤਾ ਕਰੋ। ਇੱਥੋਂ ਤੱਕ ਅਸੀਂ ਅੱਜ ਦਾ ਪ੍ਰਸੰਗ ਸਰਵਣ ਕਰ ਚੁੱਕੇ ਹਾਂ ਕਿ ਕਿਸ ਤਰ੍ਹਾਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਪਿਤਾ ਜੀ ਉਹਨਾਂ ਨੂੰ ਲਾਡ ਕਰਦੇ ਨੇ, ਪਿਆਰ ਕਰਦੇ ਨੇ, ਨਾਲ ਪਿਆਰ ਕਰਦੇ ਕਰਦੇ ਆਪਣੇ ਪੁੱਤਰ ਨੂੰ ਸਮਝਾਉਂਦੇ ਵੀ ਨੇ। ਹਰੇਕ ਮਾਂ-ਬਾਪ ਆਪਣੇ ਪੁੱਤਰ ਨੂੰ ਚੰਗੇ ਤਰੀਕੇ ਦੇ ਨਾਲ, ਧੀਆਂ ਨੂੰ ਚੰਗੇ ਤਰੀਕੇ ਦੇ ਨਾਲ ਸਮਝਾਉਣ ਦਾ ਯਤਨ ਕਰਦਾ। ਕਈ ਵਾਰੀ ਧੀ ਪੁੱਤਰ ਅਸੀਂ ਵੀ ਜੇਕਰ ਉਸ ਸਮੇਂ ਦੇ ਵਿੱਚ ਹੋਈਏ, ਅੱਜ ਵੀ ਜੇਕਰ ਮਾਂ-ਬਾਪ ਕੁਝ ਸਮਝਾਉਣਾ ਚਾਹੁੰਦੇ ਨੇ, ਕਈ ਵਾਰੀ ਸਾਡੇ ਮਨ ਨੂੰ ਉਹ ਗੱਲ ਚੰਗੀ ਨਹੀਂ ਲੱਗਦੀ, ਪਰ ਸਮਾਂ ਪੈਣ ਦੇ ਨਾਲ ਸਾਨੂੰ ਸਮਝ ਆਉਂਦੀ ਵੀ ਭਾਈ ਉਸ ਸਮੇਂ ਉਹ ਗੱਲ ਆਖੀ ਹੋਈ ਸਾਡੇ ਫਾਇਦੇ ਵਿੱਚ ਰਹਿ ਗਈ। ਇਸੇ ਤਰ੍ਹਾਂ ਉਹ ਪਿਆਰ ਦੇ ਨਾਲ ਆਪਣੇ ਪੁੱਤਰ ਨੂੰ ਸਮਝਾਉਂਦੇ ਨੇ ਵੀ ਤੁਸੀਂ ਆਪਣੇ ਮਨ ਦੇ ਪਰਚਾਵੇ ਲਈ, ਆਪਣੀ ਬੁੱਧੀ ਦੇ ਵਿਕਾਸ ਦੇ ਲਈ, ਮਨ ਨੂੰ ਚੰਗੇ ਪਾਸੇ ਲਗਾਉਣ ਦੇ ਲਈ ਤੁਸੀਂ ਇਹ ਘਰ ਦਾ ਕੰਮਕਾਜ ਕਰਿਆ ਕਰੋ। ਇੱਕ ਤਾਂ ਤੁਹਾਡਾ ਮਨ ਵੀ ਲੱਗ ਜਾਵੇਗਾ, ਤੇ ਦੂਜਾ ਜਿਹੜਾ ਘਰ ਦਾ ਕੰਮਕਾਜ ਹੈ ਉਸ ਦੇ ਵਿੱਚ ਵੀ ਤੁਸੀਂ ਹੱਥ ਵਟਾ ਦੋਗੇ। ਇੱਥੋਂ ਤੱਕ ਦਾ ਪ੍ਰਸੰਗ ਅਸੀਂ ਸਰਵਣ ਕਰ ਚੁੱਕੇ ਹਾਂ। ਅਗਲੇਰੇ ਦੀਵਾਨਾਂ ਦੇ ਵਿੱਚ ਕਿਸ ਤਰ੍ਹਾਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਆਪਣੇ ਪਿਤਾ ਜੀ ਦੀ ਆਗਿਆ ਦਾ ਪਾਲਣ ਕਰਦੇ ਹੋਏ, ਉਹਨਾਂ ਦੇ ਹੁਕਮ ਨੂੰ ਸਿਰ ਮੱਥੇ ਮੰਨਦੇ ਹੋਏ ਕਿਸ ਤਰ੍ਹਾਂ ਉਹ ਕਾਰਜ ਕਰਦੇ ਨੇ, ਉਹ ਰਹਿੰਦੀਆਂ ਵਿਚਾਰਾਂ ਅਸੀਂ ਅਗਲੇਰੇ ਦੀਵਾਨਾਂ ਦੇ ਵਿੱਚ ਪ੍ਰਸੰਗ ਸਰਵਣ ਕਰਾਂਗੇ। ਉਹਨਾਂ ਭੁੱਲਾਂ ਚੁੱਕਾਂ ਦੀ ਖਿਮਾ। ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।